सच्ची बाणी। पूरन ताल खटाया ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਹਰ ਨਾਮ ਰਸਕ ਗੋਬਿੰਦ ਗੁਣ ਗਾਹਕ। ਚਾਹਕ ਤਤ ਸਮਤ ਸਰੇ ਕਵ ਕਲ ਠਾਕੁਰ ਹਰ ਦਾਸ ਤਨੇ। ਗੁਰ ਰਾਮਦਾਸ ਸਰ ਆਪਰ ਪਰੇ। ਸਮਰਥ ਗੁਰੂ ਸਿਰ ਹੱਥ ਧਰਿਓ। ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਜਿਸ ਦੇਖ ਚਰਨ ਆਗਨ ਹਰਿਓ। ਨਿਸ ਬਾਸੁਰ ਏਕ ਸਮਾਨ ਧਿਆਨ। ਸੋ ਨਾਮ ਸੁਨੇ ਸੁਤ ਭਾਨ ਡਰਿਓ। ਭਨ ਦਾਸ ਸੋ ਆਸ ਜਗਤਰ ਗੁਰੂ ਕੀ। ਪਾਰਸ ਭੇਟ ਪਰਸ ਕਰਿਓ। ਰਾਮਦਾਸ ਗੁਰੂ ਹਰ ਸਤ ਕੀਓ। ਸਮਰਥ ਗੁਰੂ ਸਿਰ ਹੱਥ ਧਰਿਓ। ਸੋਢੀ ਸ੍ਰਿਸ਼ਟ ਸਕਲ ਤਾਰਨ ਕਉ। ਅਬ ਗੁਰ ਰਾਮਦਾਸ ਕੋ ਮਿਲੀ ਬੜਾਈ। ਸਭ ਬਿਦ ਮਾਨਿਓ ਮਨ। ਤਬ ਹੀ ਪਇਓ ਪ੍ਰਸੰਨ। ਰਾਜ ਜੋਗ ਤਖਤ ਦੀਨ। ਗੁਰ ਰਾਮਦਾਸ ਗੁਰ ਬਾਬੇ ਫਿਟ ਕੇ ਸੇ ਫਿਟੇ। ਗੁਰ ਅੰਗਦ ਕੀਤੇ ਕੂੜਿਆਰੇ। ਗੁਰ ਤੀਜੀ ਪੀੜੀ ਵਿਚਾਰਿਆ। ਕਿਆ ਹੱਥ ਇਹਨਾਂ ਵਿਚਾਰੇ। ਗੁਰ ਚੌਥੀ ਪੀੜੀ ਟਿਕਿਆ। ਤਿੰਨ ਨਿੰਦਕ ਦੋਖੀ ਬੇਮੁਖ ਸਭ ਤਾਰੇ। ਗੁਰ ਚੌਥੀ ਪੀੜੀ ਟਿਕਿਆ। ਤਿੰਨ ਨਿੰਦਕ ਦੋਖੀ ਬੇਮੁਖ ਸਭ ਤਾਰੇ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ। ਵਾਲੀਏ ਕੁਲ ਆਲਮ ਵਾਲੀਏ ਸਰਵਰੇ ਕਾਇਨਾਤ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਜੁੜ ਕੇ
चौथे पातशाह धन धन रामदास गुर। सोडी सृष्ट सकल तारन को अब गुर रामदास को मिली बढ़ाई। धन गुरु रामदास साहिब सच्चे पातशाह जियां दे प्रकाश पुरब दे दिहाड़िਆਂ ਨੂੰ ਮਨਾਉਂਦਿਆਂ ਅੱਜ ਰਾਤਰੀ ਦੇ ਵਿਸ਼ੇਸ਼ ਦੀਵਾਨ ਗੁਰੂ ਕੀ ਬਾਣੀ ਦਾ ਕੀਰਤਨ ਜਿੱਥੇ ਸਤਿਕਾਰਯੋਗ ਭਾਈ ਸਾਹਿਬ ਜੀਆਂ ਪਾਸੋਂ ਉਪਰੰਤ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਤਿੰਨਾਂ ਪਾਸੋਂ ਆਪ ਜੀ ਨੇ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਇਕਾਗਰਤਾ ਬਖਸ਼ੋ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਬਾਣੀ ਉਹਨਾਂ ਦੇ ਪਾਵਨ ਪਵਿੱਤਰ ਇਤਿਹਾਸ ਦੇ ਪੰਨਿਆਂ ਦੀ ਵਿਚਾਰ ਸਤਿਗੁਰੂ ਜੀ ਕਿਰਪਾ ਕਰਕੇ ਆਪ ਹੀ ਵਿਚਾਰਾਂ ਕਰਵਾ ਲੈਣ। ਆਪ ਸਾਰਿਆਂ ਨੂੰ ਇਕਾਗਰਤਾ ਨਾਲ ਸਰਵਣ ਕਰਨ ਦੀ ਸਤਿਗੁਰੂ ਜੀ ਦਾਤ ਬਖਸ਼ਿਸ਼ ਕਰਨ। ਕਰੋ ਕਿਰਪਾ ਸਾਰੀ ਹੀ ਸੰਗਤ ਬੜੇ ਅਦਬ ਨਾਲ ਪਿਆਰ ਨਾਲ ਸਤਿਕਾਰ ਨਾਲ ਬੁਲੰਦ ਆਵਾਜ਼ ਵਿੱਚ ਦੋਏ ਹੱਥ ਜੋੜ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਦੀ ਲੜੀ ਨੂੰ ਇੱਥੋਂ ਆਰੰਭ ਕਰਨ ਲੱਗਾ ਕਿ ਪਰਮਾਤਮਾ ਕੀ ਕਰ ਸਕਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਬਚਨ ਆਏ, ਹਰ ਕੀ ਗਤ ਨਹੀਂ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰ ਬਹੁ ਲੋਗ ਸਿਆਣੈ ਰਹਾਓ। ਛਿਨ ਮਹਿ ਰਾਓ ਰੰਕ ਕਉ ਕਰਈ। ਛਿਨ ਕਹਿੰਦੇ ਨੇ ਖਿਨ, ਖਿਨ ਕਹਿੰਦੇ ਨੇ ਅੱਖ ਝਪਕਣ ਦਾ ਸਮਾਂ। ਇੰਨੇ ਸਮੇਂ ਦੇ ਵਿੱਚ ਪਰਮਾਤਮਾ ਛਿਨ ਮਹਿ ਰਾਓ ਰੰਕ ਕਉ ਕਰਈ। ਰੰਕ ਕਹਿੰਦੇ ਨੇ ਗਰੀਬ ਨੂੰ, ਰਾਓ ਕਹਿੰਦੇ ਨੇ ਰਾਜੇ ਨੂੰ। ਪਰਮਾਤਮਾ ਇੱਕ ਖਿਨ ਵਿੱਚ ਕੱਖਾਂ ਤੋਂ ਲੱਖਾਂ ਵਾਲੇ ਕਰੋੜਾਂ ਵਾਲੇ, ਕੁੱਲੀ ਤੋਂ ਕੋਠੀਆਂ ਵਾਲੇ ਬੰਗਲਿਆਂ ਵਾਲੇ ਬਣਾ ਸਕਦਾ ਹੈ। ਤੇ ਜੇ ਕਿਤੇ ਬੰਦੇ ਨੂੰ ਹੰਕਾਰ ਆ ਜਾਏ ਨਾ ਤਾਂ ਪਿਆਰਿਆ ਚੇਤੇ ਰੱਖੀ ਉਹ ਲੱਖਾਂ ਵਾਲਿਆਂ ਨੂੰ ਕੱਖਾਂ ਵਿੱਚ ਰੋਲਣ ਲੱਗਿਆਂ ਵੀ ਬਹੁਤੀ ਦੇਰ ਨਹੀਂ ਲਾਉਂਦਾ। ਦੂਸਰੀ ਬੇਨਤੀ ਗੁਰਬਾਣੀ ਦੇ ਪ੍ਰਮਾਣ ਸਾਂਝੇ ਕਰ ਦੂਸਰੀ ਬੇਨਤੀ ਕਰਾਂ। ਛਿਨ ਮੈਂ ਰਾਓ ਰੰਕ ਕਉ ਕਰਈ, ਰਾਓ ਰੰਕ ਕਰ ਡਾਰੇ, ਰੀਤੇ ਭਰੇ। ਖਾਲੀਆਂ ਨੂੰ ਭਰ ਦਿੰਦਾ ਪਰਮਾਤਮਾ, ਇੱਕ ਖਿਨ ਵਿੱਚ ਭਰਿਆਂ ਨੂੰ ਖਾਲੀ ਵੀ ਕਰ ਸਕਦਾ ਹੈ। ਦੂਸਰੀ ਬੇਨਤੀ ਗੁਰਦੇਵ ਦੀ ਬਾਣੀ ਵਿੱਚੋਂ ਕੀ ਕਰਦਾ ਪਰਮਾਤਮਾ। ਜਦੋਂ ਆਪਾਂ ਗੁਰਦੇਵ ਦੀ ਬਾਣੀ ਪੜ੍ਹੀ ਤੇ ਬਚਨ ਸਾਡੇ ਸਾਹਮਣੇ ਆਏ, ਐਸੀ ਲਾਲ ਤੁਝ ਬਿਨ ਕੌਣ ਕਰੈ। ਇੱਦਾਂ ਦੀ ਕਿਰਪਾ ਪਰਮਾਤਮਾ ਜੀ ਤੁਹਾਡੇ ਤੋਂ ਬਿਨਾਂ ਕੌਣ ਕਰ ਸਕਦਾ ਹੈ। ਇੱਦਾਂ ਦੀ ਕਿਰਪਾ ਤੁਹਾਡੇ ਤੋਂ ਬਿਨਾਂ ਕੌਣ ਕਰ ਸਕਦਾ ਹੈ। ਗਰੀਬ ਨਿਵਾਜ਼। ਸੰਸਾਰ ਤਾਂ ਅਮੀਰਾਂ ਨੂੰ ਨਿਵਾਜ਼ਦਾ ਹੈ। ਕਿਵੇਂ ਨਵਾਜ਼ਦੇ ਹਾਂ ਭਲਾ ਆਪਾਂ। ਸਾਡੇ ਘਰ 'ਚ ਕੋਈ ਪ੍ਰੋਗਰਾਮ ਹੋਵੇ ਨਾ, ਸ਼ਲੋਕ ਮਹੱਲਾ ਨੌਵਾਂ ਪੜ੍ਹਿਆ ਜਾ ਰਿਹਾ ਹੋਵੇ ਜਾਂ ਸੁਖਮਨੀ ਸਾਹਿਬ ਦੇ ਪਾਠ ਦੀ ਸੰਪੂਰਨਤਾ ਹੋ ਰਹੀ ਹੋਵੇ ਤੇ ਆਪਾਂ ਤਿਆਰ ਬਰ ਤਿਆਰ ਹੋ ਕੱਪੜੇ ਪਾ ਖੜੇ ਹੋ ਜਾਂਦੇ ਹਾਂ ਰਿਸ਼ਤੇਦਾਰਾਂ ਨੂੰ ਅੱਗੋਂ ਜੀ ਆਇਆਂ ਕਹਿਣ ਲਈ।
तो आप फिर उन्होंने कहने आओ जी जल पानी छको, चाह पानी पीओ। उन्होंने आप जियो आया कहने। याद रखियो संसार अमीरां नूं निवाजदा है पर परमात्मा गरीबां नूं निवाजदा है। धन गुरु रामदास साहिब सच्चे पातशाह जी महाराज जिन्हां दा प्रकाश 1534 ईस्वी चूना मंडी, चूना का भाव है, चूना मंडी का अर्थ है जिस मंडी दे विच लाल माणक ते हीरे निक्कियां निक्कियां कणियां का व्यापार हुंदा सी। उहनूं कहिंदे सी चूना मंडी। लाहौर विच, लाहौर शहर चूना मंडी। पिता हरदास जी। एक खिन इत्थे रुकण लगा। जदों आपां सवैये महल्ले चौथे का दा पाठ पढ़ांगे 60 सवैये भट्ट साहिबाना ने धन गुरु रामदास दाता जी की उस्तत विच उचारे ने ते उन्हां सवैयां दे अंदर जिहड़े पहले 4 सवैये ने उन्हां विच बचन आउंदे ने कव कल ठाकुर हरदास तने। 4 वारी शब्द आया हरदास। इदां कह लीए कि 4 वारी पिता हरदास जी का नां जिहड़ा भट्टां दे सवैयां विच आया जी। एक प्रमाण दे दियां। चाहक तत्, चाहक का भाव है चन्न। अंदर चाहना है, अंदर प्यार है परमात्मा लई। परमात्मा लई अत दा प्यार है। धन गुरु रामदास दाता जी दे अंदर समत सरे, समत सरे का भाव है सम दृष्ट, सारियां नूं बराबर वेखना, सारियां नूं इक्को नज़र नाल वेखना। ते जदों गौड़ी की वार दा पाठ आपां पढ़ांगे एक श्लोक बड़ा प्यारा धन गुरु रामदास महाराज दा महला चौथा। सतगुर दाता दयाल है जिसनूं दया सदा होए, सतगुर अंदरों निर्वैर है सब देखै ब्रह्म एक सोए। सारियां दे विचों एक रब दे दीदार करने। धन गुरु रामदास महाराज जिहड़े सारियां विचों एक रब दे दीदार करते हैं। नेड़े कर गल हर नाम रसक गोबिंद गुण गाहक, चाहक तत् समत सरे कव कल ठाकुर हरदास तने, गुरु रामदास सर अपर परे। पिता का नाम है हरदास, माता जी का नाम है माता दया कौर जी। 1534 दे विच आमद हुई धन गुरु रामदास जी की। मापियां ने नाम शुरू तो ही रामदास रखिया। पहला बच्चा होने करके ते बहुता जेठा जेठा प्रचलित होया। कुछ विद्वानों ने जिक्र किया है कि एक भरा हरदयाल ते भैन रामदासी सवेरे मुकेरियां बैठे सन तां कुछ वीरां ने नौजवानों ने सवाल किया सी। कहंदे फिर इन्हां दे भैन भरा जिहड़े ने इन्हां दा बहुता नां क्यों नहीं लिया जाता। मैं एक उत्थे बेनती की सी प्यारिओ, ना जगत विच उन्हां दा ही उजागर हुंदा जिहड़े परमात्मा दे प्यारे हुंदे। धन गुरु रामदास दाता जी दे बोल सुनियो, जो हर का प्यारा, बोलो जी, जो हर का, बोलो, जो हर का प्यारा। मैं एक बेनती करांगा जी, संगत विच बह गल्लां ना करियो, सामने बह के, चाहे वीर होवे चाहे भैणा होना। ये मेरी अर्ज़ है, बेनती है, ऐन टका बख्शिया जे। अपनी सुरत नूं लैके जाना चूना मंडी लाहौर, अपनी सुरत नूं लैके जाना कि 7 कुछ सालां दी उम्र होवे ते माँ बाप दुनिया तो चले जाते नहीं। अपनी सुरत विचों एक बारी वो वाक़या लंघा के वेखियो, भरोसे ना कहना अखां दे विचों अथरू अपने आप ही आ जाते।
बस सुरत किते गुरु रामदास दाते के इतिहास में जुड़ जाए, परोती जाए साड़ी ये सुरत, साडा ये ध्यान जिहड़ी मेहनत तुहाडे नाल करन लगा जी। पिता हरदास जी, माता जी का नाम दया कौर जी। 1534 ईस्वी धन गुरु रामदास दाता जी की आमद हुई। ना शुरू तो ही रामदास है, पर जेठा जेठा बहुता प्रचलित हो गया। उन्हां दा भरा हरदयाल ते भैन रामदासी, उन्हां दा नाम इस करके बहुता उजागर नहीं होया क्योंकि धन गुरु रामदास महाराज जी की बाणी में एक बचन बड़ा प्यारा आउंदा है, जो हर का प्यारा। बोलो जी, जो चढ़ती कला विच बोलियो, तुहाडी आवाज़ ना ढिली होवे। जो हर का प्यारा सो सबना का प्यारा। जिहड़ा परमात्मा दा प्यारा वो सारियां दा प्यारा। जिहड़ा परमात्मा दा प्यारा वो सारियां दा प्यारा। एक बचन गुरु रामदास महाराज की बाणी का होर सुन लियो, जिसनूं साहिब वड्डा करे, जिन्हों परमात्मा ने वड्डा करना है, जिन्हों परमात्मा ने वडियाइयां देणियां ने, जिन्हों परमात्मा ने जिहदे अगे सारे जगत नूं झुकाउणा जे, परमात्मा ने जिहदी धन धन सारे संसार तो करवाउणी है। गुरु रामदास महाराज कहंदे, जिसनूं साहिब वड्डा करे सोई वड जानी। ते जे कोई ओदी रीस करन दा यतन करे, वो मूर्ख बंदा कदे ओदी रीस नहीं जे कर सकदा जिन्हों परमात्मा ने वड्डा कीता होवे। धन गुरु रामदास महाराज जी ये बचन बख्शिश करते हैं। नेड़े कर गल अगे चलीए। समा अपनी चाल चलिया। 1534 तो बाद समा 1539 का आया। 5 साल की उम्र, जन्म देने वाली माँ दया कौर दुनिया तो चली गई। हुण ये भी दर्द उही जानदा है, बचपन विच जिहदे कोलों माँ चली गई होवे। जदों आपां संत करतार सिंह जी खालसा पिंडरां वालियां दी गल मैं एक तुहाडे नाल करन लगा, वो अक्सर एक घटना का जिक्र करया करते सन भी एक बार एक बच्चा स्कूले गया। तो पहला समा इदां दा हुंदा सी, जदों पिंड वाले स्कूले जाना, अद्धी छुट्टी होनी तो घर रोटी खाण आ जाना। अद्धी छुट्टी हुई तो बच्चा घर रोटी खाण आया ना, उन्हें की तक्या भी घर का जिहड़ा मेन दरवाजा वो खुला होया, घर के विहड़े विच लोकां दी भीड़ बड़ी है। वो तुरदा तुरदा जदों दरवाजे की दहलीज तक आया, दहलीज टप के जदों उन्हें पैर अपना घर के विहड़े च पाया ना, तो सारियां दा ध्यान उस बच्चे वाल गया। तो सारियां ने एक गल कही, कहन लगे इहदी माँ मर गई। सारे आखिया दी माँ मर गई। उस बच्चे दे अंदरों एक हूक निकली, उस बच्चे दे अंदरों एक दर्द भरी हूक निकली। तो उन्हें बोल बोले बच्चे ने, लोकी आखदे मर गई माँ मेरी, वेखी किते सच्ची मुच्ची मर ना जाई नी माँ। लोकी आखदे मर गई माँ मेरी, वेखी किते सच्ची मुच्ची मर ना जाई नी माँ। तेरे बाजों रोटी किसी ने पुछनी नहीं, हाथ विचों टुक्कर भी खो के लै जाणगे कां नी माँ। इधर भैन रोवे उधर वीरा रोवे, घर दा विहड़ा करे भां भां नी माँ। होर छोटी जी कर्ज मैं तुहाडे नाल पहलां गुरु की बाणी चों एक बचन साझा कर दिना। जदों आपां आनंद साहिब जी की पावन पवित्र बाणी का पाठ पढ़ते हैं, सारे कृपालता करियो बोलियो, सारियां नूं बचन याद होना है। आनंद साहिब की पहली पंक्ति पढ़नी सारियां ने। जदों आपां पढ़ते हैं, आनंद भया मेरी, चढ़दी कला च बोलो, आनंद भया मेरी माए। जदों आपां सोदर की बाणी पढ़ते हैं गुरु नानक साहब के मुबारक बोल, सो क्यों विसरै मेरी माए। तो प्रिंसीपल सतबीर सिंह ने लिखिया, कहन लगे बच्चे दे जीवन विच आनंद का समा आया, खुशी का समा आया, इनू माँ का चेता आया। बच्चे के जीवन विच किते औखी घड़ी औखा समा आया, इनू फिर माँ का चेता आया। माँ का रिश्ता इदां दा। तीजी अर्ज तुहाडे अगे करां, वो परिवार विचों बापू चलिया जाए, बाप चलिया जाए, बाप की पग ते वड्डे भरा दे सिर ते रख दिओगे, रख दित्ती जाती है, रखवा लई जाती है।
पर जदों माँ दुनिया तो जाती है, माँ की जिम्मेवारी अज तक किसी के सिर ते नहीं रखी गई, क्योंकि माँ की जिम्मेवारी माँ ही निभा सकती है। चौथी अर्ज एक करके मैं वापस इतिहास वाल आ जावां। एक बच्चे की माँ दुनिया तो चली गई, माँ मर गई, बाप ने दूजा विआह करवाया, बच्चा गुआढ़ियां दे घर खेडन गया। हो सकता है किसी ने मजाक के लहजे नाल ही बच्चे नूं सवाल किया होवे। सवाल करके कहंदे कहंदे बच्चिया, पहली माँ चंगी सी कि होण वाली माँ चंगी? ये सवाल किया बच्चे अगे। तो बच्चे ने आख्या, कहंदा पहली माँ सच्ची सी, होण वाली माँ वाहिगुरू पहली माँ जिहड़ी सी वो झूठी सी, होण वाली माँ सच्ची। लोकां आख्या तू पहली माँ नूं झूठी क्यों कहना, जिन्हें तैनूं जन्म दिता, जिहदे करके तू संसार विच आया, ओनू उस माँ नूं झूठी क्यों कहना है ते होण वाली नूं सच्ची क्यों कहना? कहंदा जदों मैं शरारतां करनियां ना ते माँ ने कहना मैं तैनूं रोटी नहीं देनी, ते जदों उन्हें रोटी बनाउण लई बैठना सब तो पहला रोटी तैयार करके उन्हें मेरे अगे थाल विच पा के रख देनी। वो झूठी सी, वो झूठ बोलदी सी, कहंदी सी मैं तैनूं रोटी नहीं देनी, पर वो सब तो पहला रोटी दिंदी सी। कहन लगा होण वाली माँ सच्ची है, जदों मैं शरारतां करदा ये मैनूं कहंदी है रोटी नहीं देनी, ते 5 दिन हो गया अजे तक मैनूं रोटी नसीब नहीं होई। इस करके आह वाली माँ सच्ची। प्यारिओ, भाई जेठा जी दी जन्म देण वाली माँ दया कौर दुनिया तो चली गई। समा अपनी चाल चलिया। पिता हरदास जी ने अपने पुत्र नूं बड़ा प्यार दिता, बड़ा प्यार दिता सारियां नूं। 7 कुछ साल की उम्र होई, एक दिन पिता भी दुनिया तो चले आ गया। प्यार विच भिज के एक बार आखो सतनाम श्री, गज के बोलियो सारे सतनाम श्री। 7 सालां दी उम्र 1534 ते 7 विच ऐड करो 1541 का समा है। 1541 7 साल की उम्र। माँ बाप दुनिया तो चले गए, तो माँ बाप दे जाण तो बाद चाचियां तायां शरीके भाईचारे मुहल्ले वालियां घरां दे दरवाजे बंद कर लए सी, किते जेठे नूं साਂਭਣਾ ना पै जाए, रोटी ना देनी पै जाए, किते नहाउणा ना पै जाए, ते कपड़े ना धोने पै जाण, कपड़े बदलने ना पै जाण, किते जेठे की सांभ संभाल ना करनी पै जाए। सब ने आपो अपने घरां दे दरवाजे बंद कर लए। ते माँ बाप दे जाण तो बाद भाई जेठा जी कहंदे मैं लाहौर दीयां गलियां च कक्खां वांगू रुलिया। रुकन लगा थोड़ा जिहा इत्थे। वो बचन तुसीं सारिआं नूं याद है, जो हमरी बिद होती मेरे सतगुरा। बोली चलो नाल नाल, जो हमरी बिद होती मेरे सतगुरा, सा बिद तुम हर जानो आपे, हम रुलते फिरते। बोल दो जी एक बार, हम रुलते फिरते कोई बात ना पूछता। किसी ने बात ना पूछी, कोई नेड़े नहीं आया, किसे गल ना लाया, किसे बांह ना फड़ी, किसे सिर ते हाथ ना रखिया, किसे थापड़ा ना दिता, किसे रोटी की बुरकी मूँह ना पाई, किसे ने पानी लैके मूँह ना धोता मेरा। कहने लगे हम रुलते फिरते कोई बात ना पूछता, गुर सतगुर संग। ते संग होया धन गुरु अमरदास महाराज का। तो फिर की कीता? कहने लगे कीरे हम थापे, जड़ा कीड़ियां वांग गलियां विच रुलदा फिरदा सी, धन गुरु अमरदास महाराज ने थापना दे के उन्होंने धन गुरु रामदास बना दिता। यारो ते कह उठे भाई सत्ता ते भाई बलवंडा जी, सारे बोलियो धन धन रामदास गुर। बोलो जी, धन धन रामदास गुर, धन धन रामदास गुर, धन धन।
जिन सिरिया तिनै सवारिया, जिन सिरिया तिनै सवारिया, जिन पूरी होई करामात, पूरी होई करामात, पूरी पूरी होई करामात, पूरी होई करामात, पूरी आप सिरजनहार धारिया, आप सिरजनहार धारिया, आप ਇਹਦੇ ਨਾਲੋਂ ਵੱਡੀ ਕਰਾਮਾਤ ਕੀ ਹੋ ਸਕਦੀ ਹੈ ਜਿਹੜਾ ਲਾਹੌਰ ਦੀਆਂ ਗਲੀਆਂ 'ਚ ਕੱਖਾਂ ਵਾਂਗੂ ਰੁਲਦਾ ਹੋਵੇ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਉਹਨੂੰ ਪਾਤਸ਼ਾਹ ਬਣਾ ਦਿੱਤਾ ਹੋਵੇ। ਪਿਆਰਿਓ ਨੇੜੇ ਕਰ ਗੱਲ। ਜਦੋਂ ਕਿਤੇ ਬੱਚਿਆਂ ਨੇ ਜੇਠੇ ਨਾਲ ਖੇਡਣਾ ਨਾ, ਮਾਵਾਂ ਨੇ ਆਪਣੇ ਬੱਚੇ ਵੀ ਖਿੱਚ ਕੇ ਪਛਾਣ ਕਰ ਲੈਣੇ ਤੇ ਬੱਚਿਆਂ ਨੇ ਪੁੱਛਣਾ ਮਾਵਾਂ ਨੂੰ ਵੀ ਤੁਸੀਂ ਖੇਡਣ ਕਿਉਂ ਨਹੀਂ ਦਿੰਦੀਆਂ ਜੇਠੇ ਨਾਲ। ਉਹਨਾਂ ਮਾਵਾਂ ਨੇ, ਪਰਿਵਾਰ ਵਾਲਿਆਂ ਨੇ ਕਹਿਣਾ ਇਹਦੇ ਨਾਲ ਨਹੀਂ ਖੇਡਣਾ, ਇਹ ਆਪਣੇ ਮਾਂ-ਬਾਪ ਨੂੰ ਖਾ ਗਿਆ ਹੈ। ਇੱਦਾਂ ਦੇ ਬੋਲ ਵੀ ਬੋਲੇ ਗੁਰਮੁਖੋ। ਇਹ ਇੱਦਾਂ ਦੇ ਬੋਲ ਵੀ ਭਾਈ ਜੇਠੇ ਨੇ ਸੁਣ ਲਏ। ਨਾਨੀ ਮਾਂ ਬਾਸਰ ਕੇ ਨਗਰ ਤੋਂ ਚੱਲ ਕੇ ਲਾਹੌਰ ਆਈ, ਜੇਠੇ ਦੀ ਸਾਂਭ ਸੰਭਾਲ ਲਈ ਤੇ ਜੇਠੇ ਨੂੰ ਕਿਹਾ ਵੀ ਜੇਠਿਆ ਤੇਰੀ ਉਮਰ ਬਚਪਨ ਵਾਲੀ ਹੈ, ਮੇਰੇ ਤਨ ਤੇ ਬੁਢੇਪਾ ਹੈ, ਤੂੰ ਮੇਰਾ ਸਹਾਰਾ ਬਣੇਗਾ, ਮੈਂ ਤੇਰਾ ਸਹਾਰਾ ਬਣਾਂਗੀ, ਚੱਲ ਮੇਰੇ ਨਾਲ ਬਾਸਰ ਕੇ ਚੱਲੀਏ। ਤੇ ਭਾਈ ਜੇਠਾ ਜੀ ਨੇ, ਕਈ ਵਾਰ ਤੁਸੀਂ ਵੇਖਿਆ ਨਾ, ਗਰੀਬ ਬੰਦੇ ਦੇ ਕੋਲ ਅਟੈਚੀ ਨਾ ਹੋਵੇ, ਬੈਗ ਨਾ ਹੋਵੇ, ਇੱਥੋਂ ਤੱਕ ਕਿ ਕੱਪੜੇ ਪਾਉਣ ਲਈ ਲਿਫਾਫਾ ਵੀ ਨਾ ਹੋਵੇ, ਤੇ ਕੀ ਕਰਦਾ ਗਰੀਬ ਬੰਦਾ, ਇੱਕ ਕੱਪੜਾ ਵਿਛਾਉਂਦਾ, ਉਹਦੇ ਵਿੱਚ ਕੱਪੜਿਆਂ ਨੂੰ ਰੱਖਦਾ ਹੈ, ਕੱਪੜਿਆਂ ਦੀ ਪੰਡ ਬੰਨ੍ਹ ਲੈਂਦਾ ਹੈ। ਇਵੇਂ ਭਾਈ ਜੇਠੇ ਨੇ ਕੱਪੜਾ ਵਿਛਾ ਕੇ ਵਿੱਚ ਕੱਪੜੇ ਬੰਨੇ ਨੇ, ਕੱਪੜਿਆਂ ਦੀ ਪੰਡ ਸਿਰ ਤੇ ਰੱਖੀ ਹੈ, ਨਾਨੀ ਦਾ ਗੁੱਟ ਫੜ ਲਿਆ, ਨਾਨੀ ਨੇ ਹੱਥ ਫੜ ਲਿਆ, ਤੁਰ ਪਏ। ਘਰ ਦਾ ਦਰਵਾਜ਼ਾ ਬੰਦ ਕੀਤਾ, ਕੁੰਡਾ ਲਾਇਆ, ਤਾਲਾ ਲਾਇਆ। ਸਾਰਾ ਸ਼ਰੀਕਾ ਭਾਈਚਾਰਾ, ਚਾਚੇ ਤਾਏ, ਮੁਹੱਲੇ ਵਾਲੇ ਸਾਰੇ ਘਰਾਂ ਦੇ ਦਰਵਾਜ਼ੇ ਤੇ ਖੜੇ ਨੇ। ਤੇ ਜਦੋਂ ਜੇਠੇ ਨੇ ਦਰਵਾਜ਼ਾ ਬੰਦ ਕੀਤਾ, ਕੁੰਡਾ ਲਾਇਆ, ਜਦੋਂ ਤਾਲਾ ਲਾਇਆ, ਤੇ ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਇੱਕੋ ਹੀ ਗੱਲ ਕਹੀ, ਕਹਿਣ ਲੱਗੇ ਜੇਠੇ ਦੇ ਘਰ ਨੂੰ ਤਾਲਾ ਵੱਜ ਗਿਆ, ਪਤਾ ਨਹੀਂ ਇਹ ਤਾਲਾ ਕਦੇ ਖੁੱਲੇ ਕਿ ਨਾ ਖੁੱਲੇ। ਸਾਰਿਆਂ ਨੇ ਇਹ ਬੋਲ ਬੋਲੇ। ਜੇਠੇ ਨੇ ਇਹ ਬੋਲ ਵੀ ਸੁਣ ਲਏ, ਸਬਰ ਦਾ ਘੁੱਟ ਭਰ ਕੇ ਨਾਨੀ ਨਾਲ ਤੁਰ ਪਏ। ਲਾਹੌਰੋਂ ਤੁਰੇ ਤੇ ਬਾਸਰ ਕੇ ਆ ਗਏ। ਬਾਸਰ ਕੇ ਆ ਕੇ ਇੱਥੇ ਘੁੰਗਣੀਆਂ ਵੇਚਣ ਦੀ ਕਿਰਤ ਸ਼ੁਰੂ ਕਰ ਲਈ। ਸਿਰ ਦੇ ਉੱਤੇ ਘੁੰਗਣੀਆਂ ਵਾਲਾ ਛਾਬਣਾ ਰੱਖਣਾ, ਘੁੰਗਣੀਆਂ ਵੇਚਣ ਜਾਣਾ। ਇੱਕ ਦਿਨ ਛੇਤੀ ਨਾਲ ਘੁੰਗਣੀਆਂ ਵੇਚਣ ਗਏ ਤੇ ਛੇਤੀ ਨਾਲ ਵਾਪਸ ਆ ਗਏ। ਨਾਨੀ ਮਾਂ ਨੇ ਪੁੱਛਿਆ, ਬੜੀ ਛੇਤੀ ਗਿਆ ਤੇ ਬੜੀ ਛੇਤੀ ਆ ਗਿਆ, ਘੁੰਗਣੀਆਂ ਵਿਕ ਗਈਆਂ। ਨਾਨੀ ਮਾਂ, ਅੱਜ ਧਨ ਨਹੀਂ ਕਮਾਇਆ, ਅੱਜ ਰੁਪਈਏ ਨਹੀਂ ਕਮਾਏ, ਅੱਜ ਪੈਸੇ ਨਹੀਂ ਕਮਾਏ, ਅੱਜ ਧਰਮ ਕਮਾ ਕੇ ਆਇਆ। ਅੱਜ ਕੋਈ ਭੁੱਖਾ ਮਿਲ ਗਿਆ, ਅੱਜ ਕੋਈ ਲੋੜਵੰਦ ਮਿਲ ਗਿਆ, ਕਹਿੰਦਾ ਅਸੀਂ ਕਈ ਦਿਨਾਂ ਦਾ ਭੁੱਖਾ, ਘੁੰਗਣੀਆਂ ਛਕਾ। ਮੈਂ ਨਿੱਕੇ ਨਿੱਕੇ ਹੱਥਾਂ ਨਾਲ ਪਾਉਂਦਾ ਗਿਆ, ਉਹ ਛਕਦਾ ਗਿਆ, ਮੈਂ ਪਾਉਂਦਾ ਗਿਆ, ਉਹ ਛਕਦਾ ਗਿਆ। ਤੇ ਨਾਨੀ ਨੇ ਜਦੋਂ ਜੇਠੇ ਦੇ ਕੋਲੋਂ ਇਹ ਬਾਤਾਂ ਸੁਣੀਆਂ, ਨਾਨੀ ਮਾਂ ਅੱਜ ਕਿਸੇ ਭੁੱਖੇ ਦਾ ਢਿੱਡ ਭਰ ਕੇ ਆ ਗਿਆ, ਅੱਜ ਲੋੜਵੰਦ ਦੀ ਭੁੱਖ ਮਿਟਾ ਕੇ ਆ ਗਿਆ। ਤੇ ਨਾਨੀ ਨੇ ਕੁੱਟ ਕੇ ਗਲਵੱਕੜੀ ਚ ਲਿਆ,
अथरू निकल गए, हथ जुड़ गए तो एक अरदास की, रब्बा जेठे नूं वंडण वाला जिगरा दे दिता ही, इनू वंडण लई भी कुछ दे दिंदा। तुहाडे अगे अर्ज करां, कईयां नूं रब वंडण वाला जिगरा दिंदा, वंडण लई कुछ नहीं दिंदा, पर कईयां नूं रब बहुत कुछ दिंदा, पर उन्हां कोल वंडण वाला जिगरा नहीं जे हुंदा। वो वंड नहीं सकते हुंदे, वो किसी की मदद नहीं कर सकते हुंदे। इवें नानी माँ ने अरदास की। एक दिन धन गुरु अमरदास महाराज प्यार विच भिज के एक बार कह दिओ, धन गुरु अमरदास। बोलो जी, धन गुरु चढ़दी कला विच बोलो, धन गुरु अमरदास महाराज। गोइंदवाल साहब तो अपने नगर बासर के आए। पता लगा अपने नगर विच रहन वाली फलानी माई दी कुड़ी दुनिया तो चली गई, ओदा जवाई चलिया गया, छोटा जिहा दोहतरा है, तो उन्होंने माई अपने को लै आई। इस गल का पता लगा। हुण बाबा धन गुरु अमरदास महाराज भाई जेठा जी की नानी कोल, जेठा जी की नानी कोल, जेठे की नानी कोल दुख साझा करन आए ने। जदों दुख साझा करन आए, दुख साझा किया, जेठा कोल बैठा नानी दे सामने धन गुरु अमरदास महाराज बैठे ने। नानी ने फिर हाथ जोड़ के गल कही, धन गुरु अमरदास महाराज बिरध शरीर है, बुढ़ा शरीर है मेरा, उम्र वडेरी आ, पता नहीं किहड़े वेले साह निकल जाण, पता नहीं किहड़े वेले दुनिया तो तुर जावां, यात्रा मेरी मुक जाए, शरीर का भांडा पता नहीं किहड़े वेले टुट जाए। एक बेनती धन गुरु अमरदास महाराज, जेठे का ख्याल रखियो। बापू ने जेठे नूं इदां बांह तो फड़िया, घुट के गल नाल लाया, उठा के गल नाल लाया, सिर ते हथ रखिया ते एक गल कही, जेठिया जेदा कोई नहीं हुंदा, ओदा धन गुरु नानक हुंदा। नाल कुट के गलवकड़ी च लिया धन गुरु अमरदास महाराज ने, ते एक श्लोक उचारिया, कहन लगे, आपे सेवा लायन आपे बख्श करे, सबना का मां प्यो आप है, आपे सार करे। आ बोल धन गुरु अमरदास महाराज ने बख्शे। नाल एक गल होर कही, कहन लगे, जेठिया घुंगड़ियां वेचिया कर, कदे गोइंदवाल साहब भी आ जाया कर, सेवा करया कर, उत्थे आके इदां घुंगड़ियां लै जानियां घरों, घुंगड़ियां वेच लैनियां, गोइंदवाल साहब जाके नाल दी नाल सेवा कर लैनी। एक दिन इदां दीवान लगा ते भाई जेठा विच बैठा है। धन गुरु अमरदास महाराज आवाज़ दे के कहंदे, जेठिया किवें आया गोइंदवाल साहब? हथ जोड़ के कहंदे, धन गुरु अमरदास महाराज संसारक लोड़ां छड्ड के, तवज्जो देना जी, आपां तां कई वारी ना लोड़ां दी खातर गुरु कोल आउंदे आ, लोड़ां दी खातर गुरुद्वारे आउंदे आ, लोड़ां दी खातर गुरु ग्रंथ साहिब कोल आउंदे आ, पर भाई जेठे ने आखिया, कहन लगा, धन गुरु अमरदास महाराज संसारक लोड़ां लैके नहीं आया जेठा तुहाडे कोल, ते शरीर दियां कोई ख्वाहिशां लैके तुहाडे कोल नहीं आया। बापू ने फिर घुट के गलवकड़ी च लिया भाई जेठा, ते एक गल कही, कहन लगे, जेठिया इउं लगदा है जिवें गुरु नानक दे घर दी गुरियाई दा छतर तेरे सिर ते झुलना है। आ बोल धन गुरु अमरदास महाराज ने गोइंदवाल साहिब की धरती ते कहे। एक दिन सेवा करदे धन गुरु अमरदास महाराज जी का एक सिख है जिहड़ा निकटवर्ती है, जिहड़ा गुरु अमरदास महाराज दे नाल रहिंदा है, ओहदा नाम है भाई बूला। भाई बूले नूं कहंदे जेठा नज़र नहीं आउंदा, जेठा कित्थे किधर गया हो? महाराज किते नहीं गया जेठा, लंगर दे विच सेवा करदा, लंगर तैयार करदा है, पंगतां ला के लंगर छकाउंदा गुरु कीआं संगतां नूं, उन्हां नूं जल पान छकाउंदा है, उन्हां दे भांडे मांजदा है, जे संगतां ने आराम करना होवे बिस्तर लाउंदा है, जेड़ा सौ जावे उन्हां दी मुट्ठी चापी करदा है, ते जे कोई अद्धी रात नूं उठ के उहदे कोलों कोई पदार्थ मंग लवे, कोई वस्तु मंग लवे, उस वेले हाज़र करदा है, ते जे संगतां नूं नहाउण लई पानी चाहीदा होवे उन्हां नूं पानी भी दिंदा है। धन गुरु अमरदास महाराज कहण लगे, वड्डे भाग ने जेठे दे
9 ਨਿਧੀਆਂ ਤੇ 18 ਸਦੀਆਂ ਉਹਦੀ ਝੋਲੀ ਵਿੱਚ ਨੇ। ਜਿਨਨੇ ਸੰਗਤ ਦੀ ਸੇਵਾ ਕਰ ਲਈ ਉਹਨੇ ਗੁਰੂ ਦੇ ਦਰ ਤੋਂ ਸਾਰਾ ਕੁਝ ਹੀ ਪਾ ਲਿਆ। ਉਹ ਗੁਰੂ ਦੇ ਦਰੋਂ ਸਾਰਾ ਕੁਝ ਹੀ ਲੈ ਗਿਆ। ਭਾਈ ਜੇਠਾ ਜੀ ਇਵੇਂ ਸੇਵਾ ਕਰਦੇ ਨੇ। ਇੱਥੇ ਨਾ ਮੈਂ ਇੱਕ ਬੇਨਤੀ ਰੋਕ ਕੇ ਤੁਹਾਡੇ ਨਾਲ 5-6 ਗੱਲਾਂ ਸਾਂਝੀਆਂ ਕਰਨੀਆਂ ਨੇ। ਸੇਵਾ ਕਰਨ ਲੱਗਿਆਂ 5-6 ਗੱਲਾਂ ਦਾ ਖਿਆਲ ਰੱਖਿਓ। ਭਾਈ ਜੇਠੇ ਨੇ ਸੇਵਾ ਕਿੱਦਾਂ ਕੀਤੀ ਭਲਾ? ਪਹਿਲੀ ਬੇਨਤੀ ਆ ਹੰਕਾਰ ਨੂੰ ਪਾਸੇ ਕਰਕੇ, ਪਿਆਰ ਵਿੱਚ ਭਿੱਜ ਕੇ ਇੱਕ ਵਾਰ ਆਖੋ ਸਤਨਾਮ ਸ਼੍ਰੀ। ਚੜ੍ਹਦੀ ਕਲਾ ਵਿੱਚ ਬੋਲੋ ਜੀ ਸਤਨਾਮ ਸ਼੍ਰੀ। ਫਿਰ ਇੱਕ ਵਾਰ ਬੋਲੋ ਸਤਨਾਮ ਸ਼੍ਰੀ। ਇਹ ਥੋੜਾ ਜਿਹਾ ਔਖਾ ਨਿਕਲਦਾ ਹੁੰਦਾ ਸਤਨਾਮ ਵਾਹਿਗੁਰੂ। ਪਿਆਰ ਵਿੱਚ ਭਿੱਜ ਕੇ ਫਿਰ ਇੱਕ ਵਾਰ ਬੋਲ ਦਿਓ ਸਤਨਾਮ ਸ਼੍ਰੀ। ਅਰਦਾਸ ਕਰੋ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਅੱਗੇ, ਕਿਉਂਕਿ ਧੰਨ ਧੰਨ ਸਤ ਸੰਗਤ। ਬੋਲੋ ਜੀ ਧੰਨ ਧੰਨ। ਫਿਰ ਬੋਲੋ ਇੱਕ ਵਾਰ ਧੰਨ ਧੰਨ ਸਤ ਜਿਤ ਹਰ ਰਸ ਪਾਇਆ। ਇਹ ਗੱਲ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਆ। ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ। ਮਾਲਕ ਮਿਹਰ ਕਰੇ ਸੰਗਤ ਵਿੱਚ ਆ ਕੇ ਕਿਤੇ ਰਸਨਾ ਤੋਂ ਨਾਮ ਨਿਕਲੇ, ਬਾਣੀ ਨਿਕਲੇ। ਨਾਮ ਦਾ ਰਸ, ਬਾਣੀ ਦਾ ਰਸ ਕਿਤੇ ਸਾਨੂੰ ਆ ਜਾਵੇ। ਪਿਆਰਿਓ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾਲਤਾ ਕਰਦੇ ਨੇ। ਜਿਹੜੀ ਅਰਜ਼ ਕਰਨ ਲੱਗਾ ਜੀ, ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬੜੀਆਂ ਬਖਸ਼ਿਸ਼ਾਂ ਦੇ ਨਾਲ ਭਾਈ ਜੇਠਾ ਜੀ ਨੂੰ ਨਿਵਾਜਿਆ। ਤੇ ਭਾਈ ਜੇਠਾ ਜੀ ਨੇ ਸੇਵਾ ਕਰਦਿਆਂ 5-6 ਗੱਲਾਂ ਧਿਆਨ ਵਿੱਚ ਰੱਖਣ ਯੋਗ ਨੇ। ਸੇਵਾ ਕਰਨ ਲੱਗਿਆਂ ਹੰਕਾਰ ਨੂੰ ਪਾਸੇ ਕਰਕੇ, ਹੰਕਾਰ ਪਾਸੇ ਕਰਕੇ। ਆਸਾ ਕੀ ਵਾਰ ਦਾ ਜਦੋਂ ਆਪਾਂ ਪਾਠ ਪੜ੍ਹਦੇ ਹਾਂ, ਕੀਰਤਨ ਸੁਣਦੇ ਹਾਂ, ਤੇ ਇੱਕ ਬਚਨ ਆਉਂਦਾ ਆਪ ਗਵਾਏ। ਬੋਲੋ ਜੀ ਆਪ। ਚੜ੍ਹਦੀ ਕਲਾ ਵਿੱਚ ਬੋਲ ਦਿਓ ਆਪ ਗਵਾਏ ਸੇਵਾ ਕਰੇ। ਜਦੋਂ ਦਰਬਾਰ ਸਾਹਿਬ ਜੀ ਦੇ ਸਰੋਵਰ ਦਾ ਕੰਮ ਚੱਲ ਰਿਹਾ ਨਾ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਵੇਲੇ, ਉੱਥੇ ਇੱਕ ਸੱਜਣ ਸੀ ਜਿਹਦਾ ਨਾਂ ਇਤਿਹਾਸ ਨੇ ਭਾਈ ਸੋਮਾ ਲਿਖਿਆ। ਭਾਈ ਸੋਮਾ ਕਿਰਤਕਾਰ ਕਰਦਾ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਰੋਜ਼ ਉਹਦੇ ਕੋਲ ਜਾਣਾ ਤੇ ਉਹਨੂੰ ਜਾ ਕੇ ਕਹਿਣਾ ਸੋਮਿਆ ਕਿੰਨੇ ਵੱਟੇ? ਮੈਂ ਬੇਨਤੀ ਕਰਨ ਲੱਗਾ ਸੇਵਾ ਆਪ ਗਵਾਏ। ਸੋਮੇ ਨੂੰ ਕਹਿਣਾ ਸੋਮਿਆ ਕਿੰਨੇ ਵੱਟੇ? ਮਹਾਰਾਜ ਇੰਨੇ ਵੱਟ ਲਏ ਅੱਜ, ਲਿਆ ਇਹਨੂੰ ਗੁਰੂ ਘਰ ਦੀ ਸੇਵਾ ਵਿੱਚ ਲਾ ਦਈਏ। ਉਹਨੇ ਸਾਰੇ ਕੱਢ ਕੇ ਦੇ ਦੇਣੇ। ਲਓ ਜੀ ਮਹਾਰਾਜ। ਦੂਜੇ ਦਿਨ ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਫਿਰ ਗਏ ਭਾਈ ਸੋਮੇ ਦੇ ਕੋਲ। ਸੋਮਿਆ ਅੱਜ ਕਿੰਨੇ ਵੱਟੇ? ਸਤਿਗੁਰੂ ਅੱਜ ਕੱਲ੍ਹ ਨਾਲੋਂ ਵੱਧ ਵੱਟੇ ਨੇ, ਲਿਆ ਫਿਰ ਗੁਰੂ ਘਰ ਦੀ ਸੇਵਾ ਚ ਲਾ ਦਈਏ। ਫਿਰ ਕੱਢ ਕੇ ਦੇਤੇ ਬੜੇ ਚਾਅ ਨਾਲ। ਆਪ ਧੰਨ ਗੁਰੂ ਰਾਮਦਾਸ ਮਹਾਰਾਜ ਆਉਂਦੇ ਨੇ, ਕੱਢ ਕੇ ਦੇਤੇ ਸਾਰੇ। ਲਓ ਮਹਾਰਾਜ ਜਿਵੇਂ ਤੁਹਾਡੀ ਮੌਜ। ਦੂਜੇ ਦਿਨ, ਤੀਜੇ ਦਿਨ, ਜਦੋਂ ਚੌਥਾ ਦਿਨ ਆਇਆ ਨਾ, ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਆਉਂਦਿਆਂ ਤੱਕਿਆ ਜਦੋਂ ਭਾਈ ਸੋਮੇ ਨੇ। ਗੁਰੂ ਸਾਹਿਬ ਦੇ ਬੋਲਣ ਤੋਂ ਪਹਿਲਾਂ ਹੀ ਸੋਮੇ ਨੇ ਕੱਢ ਕੇ ਜਿੰਨੇ ਵੱਟੇ ਸੰਦ ਰੁਪਈਏ ਜਿੰਨਾ ਧਨ ਕੋਲ ਪਿਆ ਸੀ ਸਾਰਾ ਹੀ ਕੱਢ ਕੇ ਐਂ ਕੀਤਾ। ਤੇ ਸਤਿਗੁਰੂ ਅੱਗੋਂ ਆਵਾਜ਼ ਦੇ ਕੇ ਕਹਿੰਦੇ ਸੋਮਿਆ ਅੱਜ ਆਪਾਂ ਲੈਣ ਨਹੀਂ ਆਏ, ਅੱਜ ਤਾਂ ਤੈਨੂੰ ਦੇਣ ਵਾਸਤੇ ਆਏ। ਤੇ ਉਸ ਸੋਮੇ ਨੂੰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸੋਮਾ ਸ਼ਾਹ, ਬੇਪਰਵਾਹ ਸੋਮਾ ਸ਼ਾਹ, ਸ਼ਾਹਾਂ ਦਾ ਸ਼ਾਹ। ਕਦੇ ਤੈਨੂੰ ਧਨ ਦੀ ਕਮੀ ਨਹੀਂ ਰਹਿਣੀ। ਪਿਆਰਿਓ ਜਿਨ੍ਹਾਂ ਨੇ ਆਪ ਗਵਾਏ ਸੇਵਾ ਕਰੇ। ਇੱਕ ਵਾਰ ਬੋਲ ਦਿਓ ਸਾਰੇ ਆਪ ਗਵਾਏ। ਚੜ੍ਹਦੀ ਕਲਾ ਵਿੱਚ ਬੋਲੋ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਉੱਥੇ ਲਿਖਿਆ ਮਹਾਰਾਜ ਨੇ ਤਾਂ ਕਿਛ ਪਾਏ ਮਾਨ। ਵਾਪਸ ਵਿਸ਼ੇ ਤੇ ਆ ਕੇ ਸੇਵਾ ਕਰਨੀ ਜਿਵੇਂ ਭਾਈ ਜੇਠੇ ਕੀਤੀ। ਕਿਵੇਂ ਭਲਾ? ਹੰਕਾਰ ਨੂੰ ਛੱਡ ਕੇ। ਨੰਬਰ 2 ਲੋਕ ਲਾਜ ਛੱਡ ਕੇ। ਲੋਕ ਲਾਜ, ਕਈ ਵਾਰੀ ਲੋਕ ਲਾਜ ਹੀ ਬੰਦੇ ਨੂੰ ਸੇਵਾ ਨਹੀਂ ਕਰਨ ਦਿੰਦੀ। ਖਿਮਾ ਕਰਨਾ ਜੀ। ਪ੍ਰਸ਼ਾਦਾ ਛਕ ਕੇ ਥਾਲੀਆਂ ਰੱਖ ਕੇ ਦੌੜਨ ਵਾਲੇ ਤੇ ਬਹੁਤ ਹੁੰਦੇ ਨੇ। ਵਿਰਲਾ ਹੀ ਹੈ ਜਿਹੜਾ ਚੁੱਕ ਕੇ ਮਾਂਜ ਲਵੇ। ਵਿਰਲਾ ਹੀ ਹੈ।
ਲੋਕ ਇਲਾਜ। ਕਈ ਵਾਰੀ ਕੱਪੜਿਆਂ ਦਾ ਖਿਆਲ ਆਉਂਦਾ ਨਾ, ਇਹ ਨਾ ਗੰਦੇ ਹੋ ਜਾਣ, ਮਹਿੰਗੇ ਬੜੇ ਨੇ, ਕਿਤੇ ਦਾਗ ਨਾ ਪੈ ਜਾਏ, ਇਹ ਨਾ ਹੋਵੇ ਮੁੜ ਕੇ ਦਾਗ ਲਹੇ ਨਾ। ਲੋਕ ਇਲਾਜ ਦਾ ਖਿਆਲ ਛੱਡ ਕੇ ਭਾਈ ਜੇਠੇ ਨੇ ਸੇਵਾ ਕੀਤੀ, ਹੰਕਾਰ ਪਾਸੇ ਕਰਕੇ ਸੇਵਾ ਕੀਤੀ। ਤੀਜੀ ਅਰਜ਼ ਕਰਾਂ ਤੁਹਾਡੇ ਅੱਗੇ, ਪ੍ਰੇਮ ਤੇ ਭਗਤੀ ਵਿੱਚ ਲੀਨ ਹੋ ਕੇ ਸੇਵਾ ਕੀਤੀ। ਨੰਬਰ 4 ਪਿਆਰਿਓ, ਪ੍ਰੇਮ ਤੇ ਭਗਤੀ 'ਚ ਲੀਨ ਹੋ ਕੇ ਸੇਵਾ ਕੀਤੀ। ਨੰਬਰ 4 ਈਰਖਾ ਨੂੰ ਪਾਸੇ ਕਰਕੇ ਸੇਵਾ ਕੀਤੀ। ਕਈ ਵਾਰੀ ਬੰਦਾ ਸੇਵਾ ਕਰਦਿਆਂ ਇੱਕ ਦੂਜੇ ਨਾਲ ਈਰਖਾ ਵੀ ਕਰਨ ਲੱਗ ਪੈਂਦਾ ਜੇ, ਇਹ ਵੀ ਗੱਲ ਚੇਤੇ ਰੱਖਿਓ। ਤੇ ਭਾਈ ਜੇਠੇ ਨੇ ਈਰਖਾ ਨੂੰ ਵੀ ਪਾਸੇ ਕਰਕੇ ਸੇਵਾ ਕੀਤੀ। ਮਨ ਬਚ ਕਰਮ ਇਹ ਪੂਰਾ ਜੁੜ ਕੇ ਭਾਈ ਜੇਠੇ ਨੇ ਸੇਵਾ ਕੀਤੀ। ਇਤਿਹਾਸ ਦੇ ਪੰਨੇ ਕਹਿੰਦੇ ਨੇ 24 ਸਾਲ ਭਾਈ ਜੇਠਾ ਧੰਨ ਗੁਰੂ ਅਮਰਦਾਸ ਦਾਤੇ ਦੇ ਦਰ ਤੇ ਸੇਵਾ ਕਰਦਾ ਰਿਹਾ। 24 ਸਾਲ ਪਿਆਰਿਓ ਸੇਵਾ ਕੀਤੀ ਆ ਭਾਈ ਜੇਠੇ ਨੇ ਧੰਨ ਗੁਰੂ ਅਮਰਦਾਸ ਦਾਤਾ ਜੀ ਦੇ ਦਰ ਉੱਤੇ। ਤੇ ਜਿਹੜੀ ਅਰਜ਼ ਕਰਨ ਲੱਗਾ, ਸੇਵਾ ਕਰਦਿਆਂ ਇੱਕ ਦਿਨ ਮਾਤਾ ਮਨਸਾ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਘਰੋਂ, ਮਾਤਾ ਮਨਸਾ ਜੀ ਇੱਕ ਦਿਨ ਕਹਿੰਦੇ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਪੁੱਤਰੀ ਜਵਾਨ ਹੋ ਗਈ। ਆਹ ਥੋੜ੍ਹਾ ਜਿਹਾ ਨੁਕਤਾ ਹੁਣ ਧਿਆਨ 'ਚ ਰੱਖਿਓ। ਹੁਣ ਧੀ ਦਾ ਰਿਸ਼ਤਾ ਕਰਨਾ ਹੋਵੇ ਤੇ ਕਿਵੇਂ ਕਰਨਾ ਚਾਹੀਦਾ ਹੈ, ਮੈਂ ਇੱਥੇ ਕੁਝ ਬੇਨਤੀਆਂ ਕਰਨੀਆਂ ਤੁਹਾਡੇ ਨਾਲ। ਗੁਰੂ ਅਮਰਦਾਸ ਮਹਾਰਾਜ ਨੇ ਬੱਚੀ ਦਾ ਰਿਸ਼ਤਾ ਕਰਨ ਲੱਗਿਆਂ ਕੀ ਵੇਖਿਆ, ਆਹ ਗੱਲ ਧਿਆਨ 'ਚ ਰੱਖਣਾ ਜੀ। ਜਦੋਂ ਮਾਤਾ ਮਨਸਾ ਜੀ ਨੇ ਕਿਹਾ ਨਾ ਪੁੱਤਰੀ ਜਵਾਨ ਹੋ ਗਈ ਤੇ ਵਰ ਲੱਭ ਲਓ, ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਿੱਦਾਂ ਦਾ ਲੱਭੀਏ। ਭਾਈ ਜੇਠਾ ਸਿਰ ਉੱਤੇ ਮਿੱਟੀ ਦੀ ਬੌਲੀ ਦੀ ਮਿੱਟੀ ਵਾਲਾ ਟੋਕਰਾ ਰੱਖ ਕੇ ਜਦੋਂ ਲੰਘਿਆ ਤੇ ਮਾਤਾ ਜੀ ਨੇ ਆਖਿਆ, ਕਹਿਣ ਲੱਗੇ ਐਦਾਂ ਦਾ ਹੋਵੇ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਐਦਾਂ ਦਾ ਹੋਵੇ ਕਿ ਇਹੀਓ ਹੋਵੇ, ਕਿਉਂਕਿ ਇਹਦੇ ਵਰਗਾ ਰੱਬ ਨੇ ਦੂਜਾ ਹੋਰ ਕੋਈ ਪੈਦਾ ਹੀ ਨਹੀਂ ਕੀਤਾ, ਇਹਦੇ ਵਰਗਾ ਕੋਈ ਦੂਜਾ ਹੋਰ ਹੈ ਹੀ ਨਹੀਂ। ਮਾਤਾ ਮਨਸਾ ਜੀ ਕਹਿਣ ਲੱਗੇ ਠੀਕ ਹੈ ਧੰਨ ਗੁਰੂ ਅਮਰਦਾਸ ਮਹਾਰਾਜ, ਜੋ ਕਰੋਗੇ ਭਲਾ ਹੀ ਕਰੋਗੇ, ਪਰ ਫਿਰ ਵੀ ਮਾਂ ਹੋਣ ਦੇ ਨਾਤੇ ਇੱਕ ਅਰਜ਼ ਕਰਦੀ ਆ, 3 ਗੱਲਾਂ ਜ਼ਰੂਰ ਵੇਖਿਓ। ਘਰ ਵੇਖਣਾ ਤੁਸਾਂ ਨੇ ਇਹਦਾ, ਪਰਿਵਾਰ ਵੇਖ ਲੈਣਾ ਇਹਦਾ, ਫਿਰ ਤੀਸਰੀ ਗੱਲ ਕਾਰੋਬਾਰ ਵੇਖ ਲੈਣਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਿਹੜੀਆਂ ਗੱਲਾਂ ਕਰਦੀਆਂ ਭਲੀਏ, ਹੋ ਸਕਦਾ ਜਿੱਦਾਂ ਦਾ ਘਰ ਜੇਠੇ ਦਾ ਹੋਵੇ ਉੱਦਾਂ ਦਾ ਸਾਰੀ ਦੁਨੀਆ 'ਚ ਕਿਸੇ ਦਾ ਘਰ ਹੀ ਨਾ ਹੋਵੇ। ਤੇ ਕੀ ਕਹਿੰਦੇ ਆਪਾਂ ਬਾਣੀ ਵਿੱਚ, ਡਿੱਠੇ ਸਭੇ ਬੋਲਦੇ, ਹੁਣ ਭਾਈ ਜੇਠੇ ਦਾ ਘਰ ਹੀ ਨਾ, ਧੰਨ ਗੁਰੂ ਰਾਮਦਾਸ ਦਾਤੇ ਦਾ ਘਰ ਹੀ ਆ ਨਾ, ਯਾਦ ਰੱਖਣਾ ਪਿਆਰਿਓ, ਧੰਨ ਗੁਰੂ ਰਾਮਦਾਸ ਦਾਤੇ ਦਾ ਘਰ ਹੀ ਆ ਉਹ। ਸਾਰੇ ਪਿਆਰ ਵਿੱਚ ਭਿੱਜ ਕੇ ਬੋਲੋ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਵਸਦੀ ਸਗਨ ਅਨੂਪ ਅਪਾਰ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਹੇ ਨਾਏ ਰਾਮਦਾਸ ਸਰ। ਉਹਦੇ ਘਰ ਵਰਗਾ ਘਰ ਨਹੀਂ ਕਿਸੇ ਦਾ। ਜਿਸ ਘਰ ਵਿੱਚ 20 ਤੋਂ 22 ਘੰਟੇ ਕੀਰਤਨ ਹੋਵੇ ਪਿਆਰਿਓ, ਜਿਸ ਘਰ ਵਿੱਚ ਤੂੰ ਪ੍ਰਸ਼ਾਦੇ ਪਾਣੀ ਦੀ ਗੱਲ ਕਰਦੀਆਂ, ਕਾਰੋਬਾਰ ਦੀ ਗੱਲ ਕਰਦੀਆਂ, ਪ੍ਰਸ਼ਾਦੇ ਦੀ ਗੱਲ ਕਰਦੀਆਂ, ਰੋਟੀ ਦੀ ਗੱਲ ਕਰਦੀਆਂ ਭਲੀਏ, ਹੋ ਸਕਦਾ ਜਿਹਨੂੰ ਕਿਤੇੋਂ ਵੀ ਪ੍ਰਸ਼ਾਦਾ ਨਾ ਮਿਲੇ ਉਹਨੂੰ ਇਹਦੇ ਘਰੋਂ ਪ੍ਰਸ਼ਾਦਾ ਮਿਲ ਜਾਣਾ। ਵੇਖੋ ਗੁਰੂ ਧੰਨ ਗੁਰੂ ਰਾਮਦਾਸ ਦਾਤੇ ਦਾ ਲੰਗਰ 24 ਘੰਟੇ ਹੀ ਚੱਲਦਾ ਜੇ। ਪਿਆਰ ਵਿੱਚ ਭਿੱਜ ਕੇ ਆਖੋ ਸਤਨਾਮ ਸ਼੍ਰੀ, ਚੜ੍ਹਦੀ ਕਲਾ ਵਿੱਚ ਬੋਲੋ ਸਤਨਾਮ ਸ਼੍ਰੀ। ਨਾ ਉੱਥੇ ਧਨ ਦੀ ਕਮੀ, ਨਾ ਉੱਥੇ ਸੋਨੇ ਦੀ ਕਮੀ, ਨਾ ਉੱਥੇ ਬਰਕਤਾਂ ਦੀ ਕਮੀ, ਬੇਅੰਤ ਬਖਸ਼ਿਸ਼ਾਂ ਗੁਰਮੁਖੋ ਅਕਾਲ ਪੁਰਖ ਪ੍ਰਮਾਤਮਾ ਦੀਆਂ। ਨੇੜੇ ਕਰ ਗੱਲ, ਮੈਂ ਨੇੜੇ ਕਰਦਾ ਜਾਵਾਂ ਆਪਣੀ ਵਿਚਾਰ ਨੂੰ। ਪਰਿਵਾਰ ਵੇਖ ਲਿਓ, ਕਾਰੋਬਾਰ ਵੇਖ ਲਿਓ, ਇਹਦਾ ਘਰ ਵੇਖ ਲਿਓ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ਿਸ਼ਾਂ ਨਾਲ ਨਿਵਾਜ ਕੇ ਭਾਈ ਜੇਠੇ ਦੇ ਨਾਲ ਆਪਣੀ ਬੱਚੀ ਦਾ ਰਿਸ਼ਤਾ ਕਰ ਦਿੱਤਾ, ਕਾਰਜ ਕਰ ਦਿੱਤਾ। ਹੁਣ ਭਾਈ ਜੇਠਾ ਬਣ ਗਿਆ ਧੰਨ ਗੁਰੂ ਅਮਰਦਾਸ ਜੀ ਦਾ ਜਵਾਈ। ਹੁਣ ਭਾਈ ਜੇਠਾ ਬਣ ਗਿਆ ਧੰਨ ਗੁਰੂ ਅਮਰਦਾਸ ਜੀ ਦਾ ਜਵਾਈ। ਪਰ ਇੱਕ ਗੱਲ ਧਿਆਨ ਵਿੱਚ ਰੱਖਣ ਯੋਗ ਹੈ, ਭਾਈ ਜੇਠੇ ਦੀ ਸੁਰਤ ਵਿੱਚ ਇੱਕ ਵਾਰੀ ਵੀ ਨਹੀਂ ਆਇਆ ਕਿ ਮੈਂ ਧੰਨ ਗੁਰੂ ਅਮਰਦਾਸ ਦਾ ਜਵਾਈ ਹਾਂ। ਇੱਕ ਵਾਰੀ ਵੀ ਨਹੀਂ ਆਇਆ। ਕਦੇ ਹਿਰਦੇ 'ਚ ਇਹ ਗੱਲ ਹੈ ਹੀ ਨਹੀਂ ਕਿ ਮੈਂ ਗੁਰੂ ਅਮਰਦਾਸ ਜੀ ਦਾ ਰਿਸ਼ਤੇਦਾਰ ਹਾਂ, ਮੈਂ ਉਹਨਾਂ ਦਾ ਜਵਾਈ ਲੱਗਦਾ। ਇਹ ਤਾਂ ਉਹਨਾਂ ਦੇ ਚਿੱਤ ਵਿੱਚ ਹੈ ਹੀ ਨਹੀਂ, ਕਿਉਂਕਿ ਜਿਸ ਦਿਨ ਸੁਰਤ ਵਿੱਚ ਆ ਜਾਏ ਨਾ, ਸਾਡੀ ਤਾਂ ਸੁਰਤ ਵਿੱਚ ਆ ਜਾਂਦਾ ਜਦੋਂ ਆਪਾਂ ਸਹੁਰਿਆਂ ਦੇ ਜਾਂਦੇ ਹਾਂ ਨਾ,
ਤਾਂ ਮਾਫ ਕਰਨਾ ਸਾਡੀ ਸੁਰਤ ਵਿੱਚ ਆ ਜਾਂਦਾ ਅਸੀਂ ਤਾਂ ਜਵਾਈ ਹਾਂ ਪਿਆਰਿਓ, ਅਸੀਂ ਤਾਂ ਜਵਾਈ ਹਾਂ। ਤੇ ਫਿਰ ਤੁਹਾਨੂੰ ਪਤਾ ਸਹੁਰਿਆਂ ਦੇ ਘਰ ਵਿੱਚ ਅਗਲਿਆਂ ਨੂੰ ਭਾਜੜ ਪਈ ਹੁੰਦੀ ਹੈ ਵੀ ਅੱਜ ਸਾਡੇ ਪ੍ਰਾਹੁਣੇ ਨੇ ਆਉਣਾ ਨੇ ਗੁਰਮੁਖੋ। ਤੇ ਜਦੋਂ ਕਿਤੇ ਸਾਡੇ ਘਰਾਂ ਦੇ ਵਿੱਚ ਵਿਆਹਾਂ ਸ਼ਾਦੀ, ਜਦੋਂ ਘਰਾਂ ਦੇ ਵਿੱਚ ਵਿਆਹ ਹੁੰਦੇ ਨੇ ਤੇ ਸਭ ਤੋਂ ਵੱਧ ਫਿਰ ਰੁੱਸਦਾ ਵੀ ਪ੍ਰਾਹੁਣਾ ਹੀ ਜੇ, ਤੇ ਸਭ ਤੋਂ ਵੱਧ ਮਨਾਇਆ ਵੀ ਪ੍ਰਾਹੁਣੇ ਨੂੰ ਜਾਂਦਾ ਜੇ। ਕਿਉਂਕਿ ਜਵਾਈ ਵਾਲੀ ਉਹ ਗੱਲ ਹੁੰਦੀ ਨਾ ਸਾਡੀ ਸੁਰਤ ਵਿੱਚ ਹੁੰਦੀ ਆ। ਮੈਂ ਜਿਹੜੀ ਅਰਜ਼ ਕਰ ਰਿਹਾ ਸਾਡੀ ਸੁਰਤ ਵਿੱਚ ਬੈਠਾ ਵੀ ਮੈਂ ਜਵਾਈ ਹਾਂ। ਤੇ ਮੈਂ ਅੱਜ ਸ਼ਾਮੀ ਵੀ ਅਰਜ਼ ਕਰਕੇ ਆਇਆ, ਸਵੇਰੇ ਵੀ ਕੀਤੀ ਹੈ, ਹੁਣ ਵੀ ਤੁਹਾਡੇ ਅੱਗੇ ਇੱਕ ਅਰਜ਼ ਕਰਾਂਗਾ ਪਿਆਰਿਓ। ਇੱਦਾਂ ਦੇ ਜਵਾਈ ਮੈਂ ਬਹੁਤ ਵੇਖੇ ਨੇ, ਇੱਦਾਂ ਦੇ ਜਵਾਈ ਤੁਸੀਂ ਵੀ ਬਹੁਤ ਵੇਖੇ ਹੋਣਗੇ ਜਿਨ੍ਹਾਂ ਨੇ ਸਹੁਰਿਆਂ ਨੂੰ ਟੋਕਰੀਆਂ ਢੋਣ ਲਾਤਾ ਹੋਵੇ। ਜਦੋਂ ਕਹਿਣਗੇ ਵੀ ਵਿਆਹ ਤੇ ਇੰਨਾ ਕੁਝ ਹੋਵੇ, ਇੰਨਾ ਸੋਨਾ ਪਾ ਦਿਓ, ਇੰਨੀਆਂ ਮੁੰਦੀਆਂ ਪਾ ਦਿਓ, ਦਾਜ ਵਿੱਚ ਆਹ ਕੁਝ ਹੋਵੇ, ਇਹ ਅੱਜ ਦੇ ਸਮੇਂ ਦਾ ਬਹੁਤ ਵੱਡਾ ਸੱਚ ਹੈ। ਪਰ ਇੱਦਾਂ ਦਾ ਜਵਾਈ ਨਹੀਂ ਲੱਭਣਾ ਜਿਹਨੇ ਧੰਨ ਗੁਰੂ ਅਮਰਦਾਸ ਦਾਤੇ ਦੇ ਘਰ ਵਿੱਚ ਜਵਾਈ ਬਣ ਕੇ ਵੀ ਟੋਕਰੀ ਢੋਈ ਹੋਵੇ। ਗੱਜ ਕੇ ਆਖੋ ਸਤਨਾਮ ਸ਼੍ਰੀ, ਚੜ੍ਹਦੀ ਕਲਾ ਵਿੱਚ ਬੋਲੋ ਸਤਨਾਮ ਸ਼੍ਰੀ। ਭਾਈ ਜੇਠਾ ਜੀ, ਕਦੀ ਸੁਰਤ 'ਚ ਨਹੀਂ ਆਈ ਇਹ ਗੱਲ ਕਿ ਮੈਂ ਗੁਰੂ ਅਮਰਦਾਸ ਮਹਾਰਾਜ ਦਾ ਜਵਾਈ ਹਾਂ। ਸੇਵਾ ਇੱਕ ਦਿਨ ਕੀ ਹੋਇਆ, ਧੰਨ ਗੁਰੂ ਅਮਰਦਾਸ ਮਹਾਰਾਜ ਨੇ ਭਾਈ ਜੇਠੇ ਨੂੰ ਸੱਦਿਆ, ਰਾਮੇ ਨੂੰ ਸੱਦਿਆ, ਕਹਿੰਦੇ ਥੜੇ ਬਣਾਓ। ਬਣਾਉਣ ਲੱਗ ਪਏ ਥੜੇ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਥੜਾ ਅਜੇ ਉੱਦਾਂ ਦਾ ਬਣਿਆ ਨਹੀਂ ਜਿੱਦਾਂ ਦਾ ਸਾਨੂੰ ਚਾਹੀਦਾ, ਢਾਹ ਦਿਓ। ਢਾਹ ਦਿੱਤੇ। ਦੂਜੇ ਦਿਨ ਫਿਰ ਕਿਹਾ ਬਣਾਓ। ਸ਼ਾਮ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਆਏ, ਕਹਿੰਦੇ ਫਿਰ ਢਾਹ ਦਿਓ, ਅਜੇ ਉੱਦਾਂ ਦਾ ਨਹੀਂ ਬਣਿਆ ਜਿੱਦਾਂ ਦਾ ਸਾਨੂੰ ਚਾਹੀਦਾ ਹੈ। ਤੇ ਬੀਬੀ ਦਾਨੀ ਜੀ ਦੇ ਘਰੋਂ ਭਾਈ ਰਾਮਾ ਜੀ ਕਹਿੰਦੇ ਪਿਤਾ ਧੰਨ ਗੁਰੂ ਅਮਰਦਾਸ, ਤਨ ਤੇ ਬੁਢੇਪਾ ਆ ਗਿਆ ਆਪ ਜੀ ਦੇ, ਜਿੱਦਾਂ ਤੁਸੀਂ ਕਹਿੰਦੇ ਹੋ ਉੱਦਾਂ ਹੀ ਬਣਾਉਂਦੇ ਆ, ਪਰ ਤੁਹਾਨੂੰ ਹੀ ਚੇਤਾ ਭੁੱਲ ਜਾਂਦਾ ਕਿ ਤੁਸੀਂ ਕੀ ਕਹਿ ਕੇ ਗਏ ਸੋ ਸਵੇਰੇ। ਜਦੋਂ ਜੇਠੇ ਕੋਲ ਗਏ, ਜੇਠਿਆ ਢਾਹ ਦੇ ਥੜਾ ਜੇ ਸਾਡੀ ਪਸੰਦ ਦਾ ਨਹੀਂ ਬਣਿਆ। ਹੱਥ ਜੋੜ ਕੇ ਕਹਿੰਦਾ ਦਾਤਾ ਸਾਰੀ ਉਮਰ ਵੀ ਲੱਗਾ ਰਵਾਂ ਤੇ ਮੇਰੇ ਕੋਲ ਤੇਰੀ ਪਸੰਦ ਦਾ ਥੜਾ ਬਣ ਹੀ ਨਹੀਂ ਸਕਦਾ, ਤੇਰੀ ਕਿਰਪਾ ਤੋਂ ਬਿਨਾਂ ਨਹੀਂ ਬਣਨਾ। ਸਾਰੀ ਉਮਰ ਵੀ ਜੇਠਾ ਲੱਗਾ ਰਵੇ, ਨਹੀਂ ਬਣ ਸਕਦਾ। ਧੰਨ ਗੁਰੂ ਅਮਰਦਾਸ ਘੁੱਟ ਕੇ ਗਲਵਕੜੀ 'ਚ ਲਿਆ, ਉਸੇ ਥੜੇ 'ਤੇ ਬਿਠਾਇਆ, ਜਲ ਮੰਗਵਾਇਆ, ਜਲ ਨਾਲ ਆਪਣੇ ਹੱਥੀਂ ਇਸ਼ਨਾਨ ਕਰਵਾਇਆ, ਬਸਤਰ ਪਹਿਨਾਏ ਤੇ ਬਸਤਰ ਪਹਿਨਾ ਕੇ ਆਖਿਆ ਸਭ ਬਿਦ ਮਾਨਿਓ ਮਨ, ਤਬ ਹੈ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਬਿਠਾ ਦਿੱਤਾ ਤਖਤ ਉੱਤੇ ਤੇ ਸਾਰੇ ਜਗਤ ਨੇ ਆਖਿਆ ਧੰਨ ਗੁਰੂ ਰਾਮਦਾਸ। ਬੋਲੋ ਜੀ ਧੰਨ ਗੁਰੂ। ਚੜ੍ਹਦੀ ਕਲਾ ਵਿੱਚ ਬੋਲੋ, ਸਮਾਪਤੀ ਵੱਲ ਚੱਲੀਏ, ਧੰਨ ਗੁਰੂ। ਫਿਰ ਇੱਕ ਵਾਰ ਬੋਲ ਦਿਓ ਧੰਨ ਗੁਰੂ। ਬਾਬਾ ਮੋਹਰੀ ਜੀ ਗੁਰੂ ਅਮਰਦਾਸ ਜੀ ਦੇ ਪੁੱਤਰ ਨੇ ਵੀ ਮੱਥਾ ਟੇਕਿਆ। ਬਾਣੀ ਵਿੱਚ ਬਕਾਇਦਾ ਜ਼ਿਕਰ ਆਉਂਦਾ ਹੈ, ਮੋਹਰੀ ਪੁੱਤ ਸਨਮੁਖ ਹੋਵਾ ਰਾਮਦਾਸਾਂ ਪੈਰੀ ਪਾਈ ਜੀ। ਰਾਮਦਾਸਾਂ ਪੈਰੀ ਪਾਈ ਜੀ। ਉਹ ਮੋਹਰੀ ਪੁੱਤ ਨੇ ਜਦੋਂ ਮੱਥਾ ਟੇਕਿਆ ਨਾ, ਮੋਹਰੀ ਨੇ ਪੁੱਤਰ ਨੇ ਮੱਥਾ ਟੇਕਿਆ, ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੋਹਰੀ ਤੈਂ ਰਾਮਦਾਸ ਜੀ ਨੂੰ ਕੀ ਸਮਝ ਮੱਥਾ ਟੇਕਿਆ, ਕੀ ਸਮਝ ਕੇ ਮੱਥਾ ਟੇਕਿਆ ਈ? ਹੱਥ ਜੋੜ ਕੇ ਕਹਿੰਦੇ ਜੀ ਗੁਰੂ ਨਾਨਕ ਦਾ ਚੌਥਾ ਵਾਰਿਸ, ਗੁਰੂ ਨਾਨਕ ਦੀ ਜੋਤ, ਗੁਰੂ ਨਾਨਕ ਦਾ ਚੌਥਾ ਵਾਰਿਸ ਧੰਨ ਗੁਰੂ ਰਾਮਦਾਸ ਜਾਣ ਕੇ ਮੱਥਾ ਟੇਕਿਆ। ਗੁਰੂ ਅਮਰਦਾਸ ਮਹਾਰਾਜ ਨੇ ਇੱਕ ਬਚਨ ਬਖਸ਼ਿਆ, ਕਹਿਣ ਲੱਗੇ ਮੋਹਰੀ ਨਾਮ ਜਪਣ ਵਾਲੇ ਦੀਆਂ 21 ਕੁਲਾਂ ਤਰਦੀਆਂ। ਬੋਲਿਓ ਨਾਮ ਜਪਣ ਵਾਲੇ ਦੀਆਂ 21 ਕੁਲਾਂ ਤਰਦੀਆਂ। ਚੜ੍ਹਦੀ ਕਲਾ 'ਚ ਬੋਲੋ ਨਾਮ ਜਪਣ ਵਾਲੇ ਦੀਆਂ 21 ਕੁਲਾਂ ਤਰਦੀਆਂ ਨੇ, ਤੇਰੀਆਂ 42 ਕੁਲਾਂ ਤਰ ਜਾਣਗੀਆਂ। ਆਹ ਬਚਨ ਬਖਸ਼ੇ। ਤੇ ਮੇਰੇ ਤਾਂ ਨੇ ਸਵਾਲ ਕੀਤਾ ਨੌਜਵਾਨ ਵੀਰਾਂ ਨੇ, ਮੁਕੇਰੀਆਂ, ਕਹਿੰਦੇ ਉਹਨਾਂ ਦਾ ਸਵਾਲ ਸੀ ਪ੍ਰਹਲਾਦ ਨੇ ਨਾਮ ਜਪਿਆ, ਹਰਨਾਕਸ਼ ਤਰ ਗਿਆ। ਸਵਾਲ ਬੜਾ ਜਾਇਜ਼ ਸੀ ਉਹਨਾਂ ਦਾ ਵੀ ਤੁਸੀਂ ਕਹਿੰਦੇ ਹੋ ਨਾਮ ਜਪਣ ਵਾਲੇ ਦੀਆਂ 21 ਤਰਦੀਆਂ ਨੇ, ਫਿਰ ਕੀ ਪ੍ਰਹਲਾਦ ਦਾ ਪਿਤਾ ਤਰ ਗਿਆ? ਮੈਂ ਉਹਨੂੰ ਕਿਹਾ ਪਿਆਰਿਓ ਤੁਸੀਂ ਪ੍ਰਹਲਾਦ ਦੇ ਪਿਤਾ ਤੋਂ ਨਹੀਂ ਸ਼ੁਰੂ ਕਰੋ, ਤੁਸੀਂ ਪ੍ਰਹਲਾਦ ਤੋਂ ਅੱਗੇ ਵਾਲੀਆਂ 21 ਸ਼ੁਰੂ ਕਰੋ।
ਪਛਾਂ ਤੋਂ ਨਹੀਂ ਸ਼ੁਰੂ ਕਰੋ, ਅਗਾਂਹ ਤੋਂ ਸ਼ੁਰੂ ਕਰੋ। ਯਾਦ ਰੱਖਣਾ ਜੀ। ਉਹ ਕਿਵੇਂ ਤਰ ਸਕਦਾ ਜਿਹੜਾ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਿਆ ਹੋਵੇ। ਪਿਆਰਿਓ, ਉਹ ਕਿਵੇਂ ਤਰ ਸਕਦਾ ਜਿਹਨੂੰ ਬਾਣੀ ਵਿੱਚ ਲਿਖਿਆ ਹੋਵੇ ਅਹੰਕਾਰੀਆਂ ਨੰਦਕਾਂ ਪਿੱਠ ਦੇ। ਉਹ ਕਿਵੇਂ ਤਰ ਸਕਦਾ ਹਰਨਾਕਸ਼ ਦੁਸ਼ਟ ਹਰ ਮਾਰਿਆ, ਜਿਹਨੂੰ ਰੱਬ ਨੇ ਆਪ ਬਿੱਧ ਬਣਾ ਕੇ ਮਾਰਿਆ ਹੋਵੇ। ਮੈਂ ਕਿਹਾ ਉਹ ਨਹੀਂ ਤਰਨਾ। ਤੇ ਜੇ ਤੁਸੀਂ ਕਹਿੰਦੇ ਫਿਰ ਤੁਸੀਂ 21 ਦੀਆਂ ਗੱਲਾਂ ਕਰਦੇ ਹੋ, ਮੈਂ ਕਿਹਾ ਤੁਸੀਂ 21 ਪ੍ਰਹਿਲਾਦ ਤੋਂ ਅੱਗੇ ਵਾਲੀਆਂ ਗਿਣੋ, ਪਿੱਛੇ ਵਾਲੀਆਂ ਨਾ ਗਿਣੋ। ਮਾਲਕ ਮਿਹਰ ਕਰੇ। ਵਾਪਸ ਵਿਸ਼ੇ ਉੱਤੇ ਆ ਕੇ ਜਿਹੜੀ ਅਰਜ਼ ਮੈਂ ਤੁਹਾਡੇ ਨਾਲ ਅਖੀਰ ਕਵੀ ਦੀ ਕਵਿਤਾ ਦੇ ਬੋਲ ਕਹਿ ਕੇ ਤੇ ਫਤਿਹ ਬੁਲਾ ਦਿਆਂ। ਕਿਸੇ ਕਵੀ ਦੀ ਕਵਿਤਾ ਦੇ ਬੋਲ ਬੜੇ ਪਿਆਰੇ ਨੇ, ਸੁਣ ਲੈਣਾ ਜੀ, ਧਿਆਨ ਨਾਲ ਸੁਣਿਓ ਤੇ ਨਾਲ ਨਾਲ ਬੋਲਦੇ ਜਾਇਓ। ਜਿਸ ਦੀ ਜੱਗ ਵਿੱਚ ਥਾਂ ਨਾ ਕੋਈ, ਬੋਲੋ, ਜਿਸ ਦੀ ਜੱਗ ਵਿੱਚ, ਚੜ੍ਹਦੀ ਕਲਾ 'ਚ ਬੋਲਿਓ ਹੁਣ, ਜਿਸ ਦੀ ਜੱਗ ਵਿੱਚ ਥਾਂ ਨਾ ਕੋਈ, ਰਾਮਦਾਸ ਗੁਰ ਦੇ ਤਿਸ ਨੂੰ ਢੋਈ। ਜਿਸ ਦੇ ਦਮੜਾ ਹੋਵੇ ਨਾ ਪੱਲੇ, ਜਿਹਦੇ ਪੱਲੇ ਦਮੜਾ ਰੁਪਈਆ 1 ਪੈਸਾ ਵੀ ਨਾ ਹੋਵੇ, ਜਿਸ ਦੇ ਦਮੜਾ ਹੋਵੇ ਨਾ ਪੱਲੇ, ਤਿਸ ਦਾ ਹੁਕਮ ਸਭ ਥਾਈਂ ਚੱਲੇ। ਗੁਰੂ ਰਾਮਦਾਸ ਦੀ ਮਿਹਰ ਸਦਕਾ ਜਿਸ ਨੂੰ ਦੁਨੀਆ ਆਖੇ ਫਕੀਰ ਮੰਗਤਾ, ਜਿਸ ਨੂੰ ਦੁਨੀਆ ਆਖੇ ਫਕੀਰ, ਰਹਿਮਤ ਤੇਰੀ ਕਰ ਦੇਵੇ ਅਮੀਰ। ਤੁਹਾਨੂੰ ਗੁਰੂ ਰਾਮਦਾਸ, ਜਦੋਂ ਤੇਰੀ ਰਹਿਮਤ ਉਹਦੇ ਤੇ ਹੁੰਦੀ ਆ, ਤੂੰ ਮੰਗਤੇ ਨੂੰ ਵੀ ਅਮੀਰ ਬਣਾ ਕੇ ਰੱਖ ਦੇਣਾ। ਯਾਰਿਓ, ਰਹਿਮਤ ਤੇਰੀ ਕਰ ਦੇਵੇ ਅਮੀਰ। ਜਿਸ ਦਾ ਅੰਦਰ ਹੋਵੇ ਸੜਿਆ, ਈਰਖਾ ਨਾ ਸੜਿਆ, ਵਕਾਰਾ ਨਾ ਸੜਿਆ, ਜਿਸ ਦਾ ਅੰਦਰ ਹੋਵੇ ਸੜਿਆ। ਬੋਲੋ ਸਾਰੇ, ਜਿਸ ਦਾ ਅੰਦਰ ਹੋਵੇ, ਚੜ੍ਹਦੀ ਕਲਾ 'ਚ ਬੋਲੋ, ਜਿਸ ਦਾ ਅੰਦਰ ਹੋਵੇ ਸੜਿਆ। ਨਦਰ ਤੇਰੀ ਕਰ ਦੇਵੇ ਹਰਿਆ, ਨਦਰ ਤੇਰੀ ਕਰ ਦੇਵੇ ਹਰਿਆ। ਦਰ ਤੇਰੇ ਤੇ, ਸਾਰੇ ਬੋਲਿਓ, ਦਰ ਤੇਰੇ ਤੇ, ਗੱਜ ਕੇ ਬੋਲੋ, ਦਰ ਤੇਰੇ ਤੇ। ਆਵਾਜ਼ ਨਹੀਂ ਆਈ ਅਜੇ ਸਾਰਿਆਂ ਦੀ। ਦਰ ਤੇਰੇ ਤੇ ਰੱਖ ਆਇਆ ਆਸ। ਫਿਰ ਇੱਕ ਵਾਰ ਬੋਲ ਦਿਓ, ਦਰ ਤੇਰੇ ਤੇ ਰੱਖ ਆਇਆ ਆਸ। ਬਖਸ਼ ਲੈ ਸਾਨੂੰ ਧੰਨ ਗੁਰੂ ਰਾਮਦਾਸ। ਇਹ ਅਰਦਾਸ ਕਰਿਓ ਮਹਾਰਾਜ ਦੇ ਚਰਨਾਂ 'ਚ। ਤੇ ਇੱਕ ਅਰਦਾਸ ਰੋਜ਼ ਸਵੇਰੇ ਉੱਠ ਕੇ ਰਾਤ ਨੂੰ ਸੌਣ ਲੱਗੇ ਵੀ ਕਰਿਆ ਕਰੋ। ਧੰਨ ਗੁਰੂ ਰਾਮਦਾਸ, ਰੱਖੀ ਗਰੀਬ ਦੀ ਲਾਜ, ਕਰੀ ਨਾ ਕਿਸੇ ਦਾ ਮੁਥਾਜ, ਤੇ ਸਵਾਰ ਦਈ ਸਾਰਿਆਂ ਦੇ ਕਾਜ। ਇਹ ਅਰਦਾਸ ਮਹਾਰਾਜ ਜੀ ਦੇ ਚਰਨਾਂ 'ਚ ਕਰਿਓ। ਸਾਰਾ ਸੰਸਾਰ ਅੱਜ ਕਹਿ ਰਿਹਾ ਧੰਨ ਧੰਨ ਰਾਮਦਾਸ ਗੁਰ। ਬੋਲੋ ਜੀ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਤਾਰਿਆ। ਬੇਅੰਤ ਬਖਸ਼ਿਸ਼ਾਂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸੰਸਾਰ 'ਤੇ ਕੀਤੀਆਂ ਨੇ, ਅੱਜ ਵੀ ਕਰ ਰਹੇ ਨੇ। ਦਿਚੈ ਪੁਰਬ ਦੇਵਣਾ, ਜਿਸ ਦੀ ਵਸਤ ਤਿਸੈ ਘਰ ਆਵੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਅੱਜ ਵੀ ਉਹ ਜੋਤਾਂ ਜਗਾ ਰਹੇ ਨੇ, ਜੋਤਾਂ ਜਗਦੀਆਂ ਰਹਿਣਗੀਆਂ। ਪਿਆਰਿਓ, ਆਓ ਧੰਨ ਗੁਰੂ ਰਾਮਦਾਸ ਦਾਤੇ ਦੇ ਚਰਨਾਂ 'ਚ ਸਾਰੇ ਨਮਸਕਾਰ ਕਰੀਏ। ਭੁੱਲ ਚੁੱਕ ਦੀ ਖਿਮਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਆਓ ਸਾਰੇ ਰਲ ਮਿਲ ਕੇ ਚੜ੍ਹਦੀ ਕਲਾ ਵਿੱਚ ਫਤਿਹ ਪ੍ਰਵਾਨ ਕਰਿਓ। ਕਿਉਂਕਿ ਮੈਂ ਅੱਗੇ ਇੱਕ ਗੁਰਸ਼ਬਦ ਪ੍ਰਕਾਸ਼ ਕੀਰਤਨ ਕੌਂਸਲ ਗੜ੍ਹਦੀਵਾਲ, ਉਹਨਾਂ ਦਾ ਸਮਾਗਮ ਚੱਲ ਰਿਹਾ ਝਾਵਾਂ ਪਿੰਡ, ਉੱਥੇ ਮੇਰੀ ਹਾਜ਼ਰੀ ਹੈ, ਉੱਥੇ ਵੀ ਪਹੁੰਚ ਸਕਾਂ। ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਭੁੱਲਾਂ ਚੁੱਕਾਂ ਦੀ ਖਿਮਾ ਮੰਗ ਕੇ ਆਗਿਆ ਲੈਣ ਲੱਗਾ ਜੀ। ਪ੍ਰਵਾਨ ਕਰੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।